ਮੈਂ ਤੁਹਾਡਾ ਦੋਸਤ ਨਾਚੀਜ਼ ਅੰਸਾਰੀ ਇਸ ਵੀਡੀਓ ਦੇ ਜ਼ਰੀਏ ਕੁਝ ਨਿੱਜੀ ਘਟਨਾਵਾਂ ਤੇ ਯਾਦਾਂ ਲੈ ਕੇ ਹਾਜ਼ਰ ਹਾਂ ਜੋ ਸੰਬੰਧਿਤ ਹਨ ਸਾਥੋਂ ਵਿਛੜੀ ਇੱਕ ਰੂਹ ਨਾਲ। ਦਰਅਸਲ ਇਹ ਰਚਨਾ ਮੇਰੇ ਮੌਜੂਦ ਅਧਿਆਪਕ ਰਿਆਜ਼ ਸਾਹਿਬ ਨੂੰ ਸਮਰਪਿਤ ਹੈ ਜੋ ਸਾਨੂੰ ਕੁਝ ਵਰੇ ਪਹਿਲਾਂ ਸਦੀਵੀ ਵਿਛੋੜਾ ਦੇ ਗਏ ਹਨ। ਕਹਿੰਦੇ ਹਨ ਕਿ ਜਾਣ ਵਾਲੇ ਨੂੰ ਉਸ ਦੀਆਂ ਚੰਗਿਆਈਆਂ ਤੋਂ ਯਾਦ ਕਰਨਾ ਚਾਹੀਦਾ ਹੈ। ਤਾਂ ਆਓ ਉਹਨਾਂ ਦੀਆਂ ਕੁਝ ਯਾਦਾਂ ਸਾਂਝੀਆਂ ਕਰਦੇ ਹਾਂ। ਖੁੱਲਾ ਸੁਭਾਅ, ਨਰੋਵਾ ਸਰੀਰ, ਕਣਕਵੰਨਾ ਰੰਗ, ਖਿੜਿਆ ਮੱਥਾ ਅਤੇ ਗੱਲਾਂ ਦੇ ਧਨੀ ਇਨਸਾਨ ਸਨ ਮਾਸਟਰ ਰਿਆਜ਼। ਪਿੰਡ ਲੱਖਣ ਕੇ ਪੱਡੇ ਦੇ ਵਸਨੀਕ ਜੋ ਜ਼ਿਲ੍ਹਾ ਕਪੂਰਥਲਾ ਦੀ ਹੱਦ ਵਿੱਚ ਪੈਂਦਾ ਹੈ। ਅੱਜ ਉਹ ਪਿੰਡ ਦੇ ਕਬਰਸਤਾਨ ਵਿੱਚ ਹਮੇਸ਼ਾ ਦੀ ਨੀਂਦਰੇ ਸੌਂ ਰਹੇ ਹਨ। 4 ਮਈ 1955 ਈਸਵੀ ਨੂੰ ਜਨਮੇ ਮਾਸਟਰ ਰਿਆਜ਼ ਸਾਹਿਬ ਦੀ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਇਸਲਾਮੀਆ ਮਾਡਲ ਸਕੂਲ ਕਪੂਰਥਲਾ ਦੀ ਸੇਵਾ ਕਰਦਿਆਂ ਲੰਘਿਆ। ਉਹਨਾਂ ਲਗਭਗ 28 ਸਾਲ ਸਕੂਲ ਦੀ ਖਿਦਮਤ ਕੀਤੀ ਅਤੇ ਗਿਆਨ ਦਾ ਚਾਨਣ ਵੰਡਦੇ ਰਹੇ। ਉਹ ਗੱਲਾਂ ਦੇ ਬੇਹੱਦ ਸ਼ੌਕੀਨ ਸਨ। ਗੱਲ ਮੂੰਹ ਤੇ ਕਹਿ ਦਿੰਦੇ, ਭਾਵੇਂ ਅਗਲੇ ਨੂੰ ਬੁਰੀ ਲੱਗੇ ਜਾਂ ਚੰਗੀ। ਉਹਨਾਂ ਦੀਆਂ ਗੱਲਾਂ ਵਿੱਚ ਇੱਕ ਜ਼ਾਇਕਾ ਹੁੰਦਾ ਸੀ ਤੇ ਪੰਜਾਬੀ ਰੰਗ ਠਾਠਾਂ ਮਾਰਦਾ ਸੀ। ਸੁਣਨ ਵਾਲਾ ਜਿਵੇਂ ਕੀਲਿਆ ਜਾਂਦਾ ਸੀ। ਅਖਾਣਾਂ ਮੁਹਾਵਰਿਆਂ ਦੀ ਵਰਤੋਂ ਕਰਕੇ ਉਹਨਾਂ ਦਾ ਲਹਿਜ਼ਾ ਪ੍ਰਭਾਵਸ਼ਾਲੀ ਸੀ। ਉਹਨਾਂ ਦੀ ਹਰ ਗੱਲ ਵਿੱਚ ਕਹਾਣੀ ਵਰਗਾ ਸਵਾਦ ਸੀ। ਹਰ ਗੱਲ ਅਣਲਿਖੀ ਕਹਾਣੀ ਸੀ। ਉਹ ਤੁਰਦੀ ਫਿਰਦੀ ਖੁੱਲੀ ਕਿਤਾਬ ਵਾਂਗ ਸਨ ਜਿਸ ਨੂੰ ਹਰ ਕੋਈ ਆਸਾਨੀ ਨਾਲ ਪੜ੍ਹ ਸਕਦਾ ਸੀ। ਭਾਵੇਂ ਮਾਸਟਰ ਜੀ ਸਟੇਜਾਂ ਦੇ ਬੁਲਾਰੇ ਨਹੀਂ ਸਨ, ਪਰ ਗੱਲਾਂ ਉਹਨਾਂ ਨੂੰ ਬੜੀਆਂ ਫਰਦੀਆਂ ਸਨ ਤੇ ਉਹ ਢਿੱਡੋਂ ਗੱਲਾਂ ਕਰਦੇ। ਇੱਕ ਵਾਰ ਉਗਰਾਹੀ ਦੇ ਸਿਲਸਿਲੇ ਵਿੱਚ ਮੈਂ ਉਹਨਾਂ ਦੇ ਨਾਲ ਮਲੇਰਕੋਟਲਾ ਗਿਆ। ਉਹਨਾਂ ਨੇ ਤਾੜ ਲਿਆ ਕਿ ਮੈਂ ਕੁਝ ਸ਼ਰਮ ਜਿਹੀ ਮਹਿਸੂਸ ਕਰ ਰਿਹਾ ਸਾਂ। ਕਹਿਣ ਲੱਗੇ, ਕੌਮ ਦੀ ਸੇਵਾ ਵਿੱਚ ਸ਼ਰਮ ਕਾਹਦੀ? ਚੰਦਾ ਕਰਨ ਜਾਣ ਵਾਲਿਆਂ ਨੂੰ ਇੱਕ ਉਦਾਹਰਣ ਉਹ ਅਕਸਰ ਦਿੰਦੇ ਸਨ ਕਿ ਇੱਕ ਆਦਮੀ ਬਹੀਆਂ ਸਬਜ਼ੀਆਂ ਲੈ ਕੇ ਮੰਡੀ ਵਿੱਚ ਪੂਰਾ ਜ਼ੋਰ-ਸ਼ੋਰ ਨਾਲ ਹੋਕਾ ਦੇ ਕੇ ਵੇਚਦਾ ਹੈ ਅਤੇ ਦੂਜਾ ਆਦਮੀ ਤਾਜ਼ੀ ਤੇ ਚੰਗੀ ਕੁਆਲਿਟੀ ਦੀ ਸਬਜ਼ੀ ਲੈ ਕੇ ਚੁੱਪ-ਚਪੀਤੇ ਬੈਠਾ ਵੇਚ ਰਿਹਾ ਹੈ। ਦੋਹਾਂ ਵਿੱਚੋਂ ਹੋਕਾ ਦੇਣ ਵਾਲਾ ਆਪਣਾ ਮਾਲ ਵੇਚ ਕੇ ਛੇਤੀ ਵਿਹਲਾ ਹੋ ਜਾਵੇਗਾ ਤੇ ਕਮਾਈ ਵੀ ਜ਼ਿਆਦਾ ਕਰ ਲਵੇਗਾ। ਇਸ ਲਈ ਜੇਕਰ ਰੱਬ ਦੇ ਘਰ ਲਈ ਚੰਦਾ ਕਰਨ ਨਿਕਲੋ ਤਾਂ ਆਪਣੀ ਗੱਲ ਪੂਰੇ ਜ਼ੋਰ-ਸ਼ੋਰ ਨਾਲ ਰੱਖੋ। ਕਿਸੇ ਨੂੰ ਹੱਲਾਸ਼ੇਰੀ ਦੇਣ ਵਿੱਚ ਉਹ ਕਦੇ ਪਿਛਾਂਹ ਨਹੀਂ ਰਹਿੰਦੇ। ਮੁਸ਼ਕਲ ਤੋਂ ਮੁਸ਼ਕਲ ਕੰਮ ਉਹਨਾਂ ਦੀ ਹੱਲਾਸ਼ੇਰੀ ਕਰਕੇ ਆਸਾਨ ਲੱਗਣ ਲੱਗ ਜਾਂਦਾ। ਦੀਨ ਦੀ ਖਿਦਮਤ ਕਰਨ ਅਤੇ ਸਦਕਾ ਖੈਰਾਤ ਕਰਨ ਵਾਲਿਆਂ ਦੀ ਉਹ ਦਿਲ ਖੋਲ ਕੇ ਹੌਸਲਾ ਅਫਜ਼ਾਈ ਕਰਦੇ। ਸਾਨੂੰ ਕਲਾਸ ਵਿੱਚ ਉਹ ਪੰਜਾਬੀ ਵਿਸ਼ਾ ਪੜ੍ਹਾਉਂਦੇ ਤੇ ਲਿਖਾਈ ਨੂੰ ਸੁਧਾਰਨ ਤੇ ਪੂਰਾ ਜ਼ੋਰ ਦਿੰਦੇ। ਉਹਨਾਂ ਦੀ ਆਪਣੀ ਲਿਖਾਈ ਵੀ ਬੜੀ ਸੋਹਣੀ ਸੀ। ਪੀਰੀਅਡ ਸ਼ੁਰੂ ਹੁੰਦੇ ਸਾਰ ਹੀ ਉਹ ਕਾਪੀ ਦਾ ਸਫ਼ਾ ਲਿਖਣ ਨੂੰ ਕਹਿੰਦੇ। ਪੜ੍ਹਾਉਂਦੇ ਉਹ ਕਿਤਾਬਾਂ ਤੋਂ ਬਾਹਰ ਦੀਆਂ ਗੱਲਾਂ ਛੇੜ ਬਹਿੰਦੇ। ਇੱਕ ਵਾਰ ਉਹ ਸਾਨੂੰ ਕਵਿਤਾ ਪੜ੍ਹਾ ਰਹੇ ਸਨ ਤੇ ਉਸ ਦੇ ਅਰਥ ਸਮਝਾ ਰਹੇ ਸਨ। ਕਵਿਤਾ ਵਿੱਚ ਸਾਵਣ ਤੇ ਕਿਰਸਾਨੀ ਜੀਵਨ ਦਾ ਜ਼ਿਕਰ ਸੀ ਤੇ ਕੁਦਰਤੀ ਉਸ ਸਮੇਂ ਬੱਦਲ ਛਾਏ ਹੋਏ ਸਨ ਤੇ ਠੰਡੀ ਠੰਡੀ ਹਵਾ ਵੀ ਵਗ ਰਹੀ ਸੀ। ਕਲਾਸ ਵੀ ਬਾਹਰ ਰੁੱਖ ਹੇਠ ਲੱਗੀ ਹੋਈ ਸੀ। ਉਹ ਵੀ ਪੂਰੇ ਰੌਹ ਵਿੱਚ ਆ ਗਏ ਤੇ ਸਾਨੂੰ ਹੀਰ ਗਾ ਕੇ ਸੁਣਾਉਣ ਲੱਗੇ। ਮੈਂ ਉਹਨਾਂ ਦੀ ਹੇਕ ਲਾ ਕੇ ਗਾਈ ਉਹ ਹੀਰ ਦੁਬਾਰਾ ਸੁਣਨ ਲਈ ਤਰਸਦਾ ਹੀ ਰਿਹਾ, ਪਰ ਕਦੇ ਮੁੜ ਅਜਿਹਾ ਕੋਈ ਸਬੱਬ ਹੀ ਨਾ ਬਣਿਆ। ਉਹਨਾਂ ਦਾ ਪੜ੍ਹਾਉਣ ਦਾ ਆਪਣਾ ਵੱਖਰਾ ਹੀ ਢੰਗ ਸੀ। ਉਹ ਹੋਮਵਰਕ ਘੱਟ ਹੀ ਦਿੰਦੇ ਸਨ। ਜੇਕਰ ਦਿੰਦੇ ਵੀ ਤਾਂ ਬਸ ਸਫ਼ਾ ਲਿਖਣ ਨੂੰ ਦਿੰਦੇ ਜਾਂ ਵੱਧ ਤੋਂ ਵੱਧ ਕੋਈ ਸਬਕ ਯਾਦ ਕਰਨ ਨੂੰ ਕਹਿੰਦੇ। ਕਈ ਵਾਰ ਕਲਾਸ ਦੇ ਬੱਚੇ ਰਲ ਕੇ ਉਹਨਾਂ ਨਾਲ ਚਲਾਕੀ ਵੀ ਖੇਡ ਜਾਂਦੇ। ਪਿਛਲੇ ਸਬਕ ਨੂੰ ਹੀ ਕਹਿ ਦਿੰਦੇ ਕਿ ਸਰ ਆਹ ਕੰਮ ਹੀ ਤਾਂ ਦਿੱਤਾ ਸੀ ਤੇ ਅੱਗੋਂ ਉਹ ਵੀ ਮੰਨ ਜਾਂਦੇ। ਉਹ ਗੁੱਸਾ ਘੱਟ ਹੀ ਕਰਦੇ ਸਨ। ਜੇ ਕਦੇ-ਕਦੇ ਕਰਦੇ ਵੀ ਸਨ ਤਾਂ ਪੂਰਾ ਕੰਟਰੋਲਡ। ਜੇਕਰ ਉਹ ਬੱਚਿਆਂ ਨੂੰ ਸਖਤ ਸ਼ਬਦ ਕਹਿ ਵੀ ਦਿੰਦੇ ਤਾਂ ਛੇਤੀ ਹੀ ਨਰਮੀ ਇਖਤਿਆਰ ਕਰ ਲੈਂਦੇ। ਕਿਸੇ ਸ਼ਰਾਰਤੀ ਬੱਚੇ ਨੂੰ ਝਿੜਕਦੇ ਤਾਂ ਕਹਿੰਦੇ ਕਿ ਮੈਂ ਤੇਰਾ ਧਾਮਾ ਲਾ ਦੇਣਾ। ਉਹਨਾਂ ਦਾ ਇਹ ਡਾਇਲੌਗ ਬੱਚਿਆਂ ਵਿੱਚ ਇੰਨਾ ਪ੍ਰਚਲਿਤ ਹੋਇਆ ਕਿ ਕਈ ਜਣੇ ਉਹਨਾਂ ਨੂੰ ਹਾਸੇ ਵਿੱਚ ਅੱਜ ਤੱਕ ਧਾਮਾ ਮੈਨ ਦੇ ਨਾਂ ਨਾਲ ਯਾਦ ਕਰਦੇ ਹਨ। ਉਹ ਅੰਨ੍ਹੇਵਾਹ ਪਿਟਾਈ ਨਹੀਂ ਕਰਦੇ ਸਨ, ਸਗੋਂ ਦਬਕਾ ਮਾਰਦੇ ਸਨ ਤੇ ਉਹਨਾਂ ਦੀ ਡਾਂਟ ਤੋਂ ਹੀ ਬੱਚੇ ਘਾਬਰ ਜਾਂਦੇ ਸਨ। ਉਹ ਕਦੇ-ਕਦੇ ਕਿਹਾ ਕਰਦੇ ਕਿ 10 ਮਾਰ ਕੇ 1 ਗਿਣਾਂਗਾ। ਕਈ ਵਾਰ ਕਲਾਸ ਵਿੱਚ ਬੱਚਿਆਂ ਦੁਆਰਾ ਜ਼ਿਆਦਾ ਸ਼ੋਰ ਮਚਾਉਣ ਤੇ ਉਹ ਆਖਦੇ ਕਿ ਆਹ ਕੀ ਕਾਵਾਂ ਰੌਲੀ ਪਾਈ ਹੋਈ ਏ। ਉਹਨਾਂ ਦੇ ਮੂੰਹੋਂ ਅਜਿਹੇ ਪੰਜਾਬੀ ਦੇ ਸ਼ਬਦ ਸ਼ਹਿਰੀ ਬੱਚਿਆਂ ਲਈ ਨਵੇਂ ਹੁੰਦੇ ਤੇ ਉਹ ਸੁਣ ਕੇ ਬੜੇ ਖੁਸ਼ ਹੁੰਦੇ ਤੇ ਦੇਰ ਤੀਕ ਉਹਨਾਂ ਦੀ ਰੀਸ ਵੀ ਕਰਦੇ। ਉਹ ਬੜੇ ਜ਼ਬਰਦਸਤ ਵਾਤਾਵਰਣ ਪ੍ਰੇਮੀ ਸਨ। ਪਤਾ ਨਹੀਂ ਕਿੱਥੋਂ ਲਿਆ ਕੇ ਬੂਟੇ ਲਗਾਉਂਦੇ ਰਹਿੰਦੇ। ਬੂਟਿਆਂ ਨਾਲ ਬੱਚਿਆਂ ਵਾਂਗ ਪਿਆਰ ਕਰਦੇ। ਪੜ੍ਹਾਉਣ ਦੇ ਨਾਲ-ਨਾਲ ਉਹ ਬੂਟਿਆਂ ਦਾ ਵੀ ਪੂਰਾ ਖਿਆਲ ਰੱਖਦੇ। ਇੱਕ ਵਾਰ ਮੈਨੂੰ ਫੋਨ ਕਰਕੇ ਸਕੂਲ ਬੁਲਾਇਆ ਤੇ ਮੋਟਰਸਾਈਕਲ ਮਗਰ ਬਹਿ ਕੇ ਮੈਨੂੰ ਨਰਸਰੀ ਲੈ ਗਏ। ਉੱਥੋਂ ਫਲਦਾਰ ਬੂਟੇ ਲਿਆ ਕੇ ਸਕੂਲ ਵਿੱਚ ਲਗਾਏ। ਬੂਟਿਆਂ ਨੂੰ ਤਾਂ ਉਹ ਜਾਨ ਨਾਲੋਂ ਵੀ ਵੱਧ ਤੇਹ ਕਰਦੇ ਸਨ। ਆਪਣੇ ਹੱਥੀਂ ਛਾਂਗਦੇ ਤੇ ਪਾਣੀ ਲਾਉਂਦੇ। ਪ੍ਰਿੰਸੀਪਲ ਹੁੰਦਿਆਂ ਹੋਇਆਂ ਵੀ ਉਹ ਮਾਲੀਆਂ ਵਾਂਗ ਬੂਟਿਆਂ ਦੀ ਸੇਵਾ ਕਰਕੇ ਸਾਨੂੰ ਪ੍ਰੇਰਿਤ ਕਰਦੇ ਕਿ ਹੱਥੀਂ ਕੰਮ ਕਰਨ ਵਿੱਚ ਸ਼ਰਮ ਨਹੀਂ ਕਰਨੀ ਚਾਹੀਦੀ। ਬੜੇ ਖੁੱਲੇ ਸੁਭਾਅ ਦੇ ਮਾਲਕ ਸਨ ਉਹ। ਹਰ ਕਿਸੇ ਨਾਲ ਬੜੀ ਛੇਤੀ ਘੁਲ ਮਿਲ ਜਾਂਦੇ। ਜੇਕਰ ਰਾਹ ਤੁਰੇ ਜਾਂਦੇ ਕਿਸੇ ਤੋਂ ਲਿਫਟ ਵੀ ਲੈਂਦੇ ਤਾਂ ਉਸ ਦਾ ਅਗਲਾ ਪਿਛਲਾ ਸਾਰਾ ਇਤਿਹਾਸ ਫਰੋਲ ਮਾਰਦੇ।
ਉਹਨਾਂ ਦੀਆਂ ਨਰਮ ਕੂਲੀਆਂ ਤੇ ਰਸਦਾਰ ਗੱਲਾਂ ਕਰਕੇ ਅਗਲਾ ਵੀ ਖੁਸ਼ੀ-ਖੁਸ਼ੀ ਆਪਣੇ ਬਾਰੇ ਸਭ ਕੁਝ ਦੱਸ ਦਿੰਦਾ। ਅਗਲੇ ਸਟਾਪ ਤੇ ਉਤਰਨ ਤੋਂ ਪਹਿਲਾਂ ਉਹ ਉਸ ਅਣਜਾਣ ਮੁਸਾਫਿਰ ਬਾਰੇ ਜਾਣ ਚੁੱਕੇ ਹੁੰਦੇ ਕਿ ਉਹ ਵਿਆਹੁਤਾ ਹੈ ਜਾਂ ਕੁਆਰਾ, ਕਿਸ ਪਿੰਡ ਦਾ ਹੈ, ਕੀ ਕੰਮ ਕਰਦਾ ਹੈ, ਵਗੈਰਾ ਵਗੈਰਾ। ਵਾਕਫੀ ਕੱਢਣ ਵਿੱਚ ਬੜੇ ਮਾਹਰ ਸਨ। ਕਿਸੇ ਨਵੀਂ ਥਾਂ ਤੇ ਜਾਂਦੇ ਜਾਂ ਓਪਰੇ ਬੰਦੇ ਨੂੰ ਮਿਲਦੇ ਤਾਂ ਝੱਟ ਵਾਕਫੀ ਕੱਢ ਲੈਂਦੇ। ਇੱਕ ਵਾਰ ਕਿਸੇ ਫੰਕਸ਼ਨ ਮੌਕੇ ਉਹ ਮੇਰੇ ਸਹਿਕਰਮੀਆਂ ਨੂੰ ਮਿਲੇ ਤੇ ਬੈਠੇ-ਬੈਠੇ ਉਹਨਾਂ ਦੇ ਪਿੰਡਾਂ ਵਿੱਚ ਆਪਣੀ ਜਾਣਕਾਰੀ ਕੱਢ ਲਈ ਅਤੇ ਵਿਆਹ ਮੌਕੇ ਹੁੰਦੇ ਰੀਤੀ ਰਿਵਾਜਾਂ ਦੇ ਟੌਪਿਕ ਤੇ ਗੱਲਬਾਤ ਛੇੜ ਲਈ। ਉਹਨਾਂ ਨਾਲ ਹੋਈ ਇਸ ਯਾਦਗਾਰ ਗੱਲਬਾਤ ਦੀ ਚਰਚਾ ਮੇਰਾ ਸਟਾਫ ਕਈ ਵਾਰ ਮੇਰੇ ਨਾਲ ਕਰਦਾ ਹੈ। ਇਹ ਹੁਨਰ ਵੀ ਉਹਨਾਂ ਨੂੰ ਜ਼ਿੰਦਗੀ ਦੇ ਤਜਰਬੇ ਨਾਲ ਹੀ ਆਇਆ ਸੀ। ਉਹ ਦੀਨ ਦੁਨੀਆ ਦੀ ਪੂਰੀ ਖਬਰ ਰੱਖਦੇ ਸਨ। ਉਹ ਬੰਦਾ ਪਰਖਣਾ ਵੀ ਖੂਬ ਜਾਣਦੇ ਸਨ। ਪੂਰੀ ਪਰਖ ਸੀ ਉਹਨਾਂ ਨੂੰ ਬੰਦੇ ਕੁ ਬੰਦੇ ਦੀ। ਇਨਸਾਨਾਂ ਤੋਂ ਇਲਾਵਾ ਉਹ ਜਾਨਵਰਾਂ ਦੀ ਵੀ ਪਰਖ ਕਰਨੀ ਜਾਣਦੇ ਸਨ। ਗਾਵਾਂ, ਮੱਝਾਂ, ਕੁਕੜੀਆਂ ਅਤੇ ਕਬੂਤਰਾਂ ਬਾਰੇ ਵੀ ਉਹ ਖੂਬ ਜਾਣਕਾਰੀ ਰੱਖਦੇ ਸਨ। ਕਹਿੰਦੇ ਨੇ ਰੂਹਾਂ ਦੇ ਮੇਲ ਤਾਂ ਉੱਤੇ ਹੀ ਲਿਖੇ ਹੁੰਦੇ ਨੇ, ਪਰ ਮੈਂ ਉਹਨਾਂ ਨੂੰ ਦੋ ਰੂਹਾਂ ਨੂੰ ਆਪਸ ਵਿੱਚ ਮੇਲਣ ਦਾ ਜ਼ਰੀਆ ਬਣਦੇ ਵੀ ਦੇਖਿਆ ਹੈ। ਉਹਨਾਂ ਨੇ ਕਈ ਰਿਸ਼ਤੇ ਕਰਾਏ। ਉਹ ਰਿਸ਼ਤਿਆਂ ਦੇ ਪਾਰਖੂ ਸਨ। ਰਿਸ਼ਤੇ ਕਰਾਉਣਾ ਜਿਵੇਂ ਉਹਨਾਂ ਦਾ ਸਾਈਡ ਬਿਜ਼ਨਸ ਸੀ। ਉਹ ਹਮੇਸ਼ਾ ਨਵੇਂ ਰਿਸ਼ਤਿਆਂ ਦੀ ਭਾਲ ਵਿੱਚ ਰਹਿੰਦੇ। ਇੱਕ ਵਾਰ ਮੈਨੂੰ ਕਿਸੇ ਕੰਮ ਲਈ ਆਪਣੇ ਨਾਲ ਲੈ ਗਏ। ਵਾਪਸੀ ਵੇਲੇ ਇੱਕ ਫਰੂਟ ਵਾਲੇ ਕੋਲ ਬ੍ਰੇਕ ਲਾਉਣ ਲਈ ਕਿਹਾ। ਇਹ ਫਰੂਟ ਵਾਲਾ ਮੇਰੇ ਦੋਸਤ ਦਾ ਪਿਓ ਸੀ। ਮੈਂ ਉਸ ਨੂੰ ਪੁੱਛ ਲਿਆ ਕਿ ਅੰਕਲ ਵਿਸ਼ਾਲ ਕਿਵੇਂ ਹੈ, ਕੀ ਕਰਦਾ ਅੱਜ ਕੱਲ੍ਹ? ਬਸ ਅੱਗੇ ਦੀ ਕਾਰਵਾਈ ਮਾਸਟਰ ਜੀ ਨੇ ਸਾਂਭ ਲਈ। ਉਸ ਦੀ ਤਨਖਾਹ, ਉਸ ਦਾ ਵਿਆਹ ਤੇ ਹੋਰ ਅਗਲੀਆਂ ਪਿਛਲੀਆਂ ਪੁੱਛਣ ਲੱਗੇ। ਅੱਗੋਂ ਉਹ ਦੁਕਾਨਦਾਰ ਵੀ ਸਭ ਵਿਸਤਾਰ ਨਾਲ ਦੱਸਦਾ ਗਿਆ। ਪੰਜਾਬੀਅਤ ਉਹਨਾਂ ਦੇ ਰੋਮ-ਰੋਮ ਵਿੱਚੋਂ ਝਲਕਦੀ ਸੀ। ਪਿੰਡ ਦੇ ਜੀਵਨ ਦਾ ਉਹ ਚੱਲਦਾ ਫਿਰਦਾ ਅਕਸ ਸਨ, ਜਿਸ ਵਿੱਚ ਬਨਾਵਟ ਦੀ ਜਗ੍ਹਾ ਖਾਲਸਪਣ ਸੀ। ਉਹਨਾਂ ਦੀ ਹਰ ਗੱਲ ਜਿਵੇਂ ਤਜਰਬੇ ਦੀ ਭੱਠੀ ਵਿੱਚੋਂ ਤਪ ਕੇ ਨਿਕਲਦੀ ਸੀ ਤੇ ਸੁਣਨ ਵਾਲੇ ਤੇ ਅਸਰ ਕਰਦੀ ਸੀ। ਉਹਨਾਂ ਦਾ ਪਹਿਰਾਵਾ ਸਾਦਾ ਤੇ ਸਿਹਤ ਨਰੋਈ ਸੀ। ਕਮੀਜ਼ ਹਮੇਸ਼ਾ ਪੈਂਟ ਚੋਂ ਬਾਹਰ ਰੱਖਦੇ ਤੇ ਪੰਜਾਬੀ ਜੁੱਤੀ ਪਾਉਂਦੇ। ਵਾਲ ਇੱਕ ਪਾਸੇ ਨਵਾਉਂਦੇ। ਪਿੰਡੋਂ ਸ਼ਹਿਰ ਆਉਣ ਲੱਗਿਆਂ ਘਰ ਦਾ ਬਣਿਆ ਥੈਲਾ ਕੋਲ ਜ਼ਰੂਰ ਰੱਖਦੇ। ਤੋਰ ਉਹਨਾਂ ਦੀ ਚੁਸਤ ਦਰੁਸਤ ਸੀ। ਉਹਨਾਂ ਦੇ ਖੱਬੇ ਹੱਥ ਦਾ ਅੰਗੂਠਾ ਨਹੀਂ ਸੀ। ਪਤਾ ਨਹੀਂ ਇਹ ਕਦੋਂ ਤੇ ਕਿਵੇਂ ਕੱਟਿਆ ਗਿਆ ਸੀ, ਪਰ ਫਿਰ ਵੀ ਉਹ ਪੂਰੀ ਨਿਪੁੰਨਤਾ ਨਾਲ ਆਪਣੇ ਕੰਮ ਕਰਦੇ ਸਨ। ਘੱਟ ਆਮਦਨ ਦੇ ਬਾਵਜੂਦ ਵੀ ਉਹ ਫਰਾਖ ਦਿਲ ਸਨ। ਇੱਕ ਵਾਰ ਉਹ ਮੈਨੂੰ ਸਬਜ਼ੀ ਮੰਡੀ ਲੈ ਗਏ ਤੇ ਸਬਜ਼ੀ ਖਰੀਦਣ ਤੋਂ ਬਾਅਦ ਦੁਕਾਨਦਾਰ ਨੂੰ 30 ਰੁਪਏ ਦਿੱਤੇ। ਉਸਨੇ 5 ਰੁਪਏ ਵਾਪਸ ਮੋੜਨੇ ਸਨ, ਪਰ ਉਸ ਕੋਲ ਨਹੀਂ ਸਨ। ਮਾਸਟਰ ਜੀ ਨੇ ਉਸ ਨੂੰ ਕਿਹਾ ਕਿ ਚੱਲ ਛੱਡ ਰਹਿਣ ਦੇ, ਕੋਈ ਗੱਲ ਨਹੀਂ। ਖੇਡ ਦੇ ਮੈਦਾਨ ਵਿੱਚ ਉਹ ਇੱਕ ਖਿਡਾਰੀ ਵੀ ਸਨ ਤੇ ਕਮੈਂਟੇਟਰ ਵੀ। ਮੈਂ ਉਹਨਾਂ ਨੂੰ ਵਿਦਿਆਰਥੀਆਂ ਤੇ ਅਧਿਆਪਕਾਂ ਨਾਲ ਰਲ ਕੇ ਅੱਧੀ ਛੁੱਟੀ ਵੇਲੇ ਵਾਲੀਬਾਲ ਖੇਡਦੇ ਹੋਏ ਵੀ ਦੇਖਿਆ ਹੈ। ਉਹ ਮੈਦਾਨ ਵਿੱਚ ਪੂਰੀ ਰੌਣਕ ਲਾ ਕੇ ਰੱਖਦੇ ਸਨ। ਹਰ ਕੋਈ ਜਿੱਤਣ ਹਾਰਨ ਭੁੱਲ ਜਾਂਦਾ ਤੇ ਉਹਨਾਂ ਦੀਆਂ ਦਿਲਚਸਪ ਗੱਲਾਂ ਦਾ ਆਨੰਦ ਮਾਣਦਾ। ਆਪਣੇ ਹੀ ਸਿਰਜੇ ਪੁੱਠੇ ਸਿੱਧੇ ਵਾਕਾਂ ਨਾਲ ਉਹ ਸਭਨਾਂ ਨੂੰ ਹਸਾ ਕੇ ਵੱਖੀਆਂ ਦੁਖਣ ਲਾ ਦਿੰਦੇ। ਉਹ ਕਿਹਾ ਕਰਦੇ ਸਨ ਕਿ ਇੱਕ ਮਾਂ ਚੋਰਨੀ ਹੁੰਦੀ ਹੈ ਜੋ ਆਪਣੀ ਧੀ ਲਈ ਚੋਰੀ ਕਰਦੀ ਹੈ। ਘਰ ਵਿੱਚ ਧੀ ਦੇ ਜੰਮਣ ਤੋਂ ਬਾਅਦ ਉਹ ਉਸ ਲਈ ਹਰ ਸ਼ੈ ਜੋੜਨਾ ਸ਼ੁਰੂ ਕਰ ਦਿੰਦੀ ਹੈ। ਆਪਣੀਆਂ ਚੀਜ਼ਾਂ ਤੇ ਆਪਣੇ ਹਿੱਸੇ ਦੇ ਸਮਾਨ ਚੋਂ ਵੀ ਉਹ ਕੁਝ ਨਾ ਕੁਝ ਚੋਰੀ ਕਰਕੇ ਧੀ ਲਈ ਸਾਂਭ ਛੱਡਦੀ ਹੈ। ਇਸ ਲਿਹਾਜ਼ ਨਾਲ ਉਹ ਚੋਰਨੀ ਹੁੰਦੀ ਹੈ। ਇੱਕ ਮੌਕੇ ਉਹਨਾਂ ਨੇ ਆਖਿਆ ਸੀ ਕਿ ਹਰ ਕਿਸੇ ਦੀ ਜ਼ਿੰਦਗੀ ਵਿੱਚ ਵਿਆਹ ਮਗਰੋਂ ਇੱਕ ਵਾਰ ਜ਼ਰੂਰ ਹੁਲਾਰਾ ਆਉਂਦਾ ਹੈ। ਕੋਈ ਸੰਭਲ ਜਾਂਦਾ ਤੇ ਕੋਈ ਡੁੱਬ ਜਾਂਦਾ। ਸੱਚਮੁੱਚ ਕਿੰਨੀ ਡੂੰਘੀ ਗੱਲ ਕਹੀ ਸੀ ਉਹਨਾਂ ਨੇ। ਇੱਕ ਵਾਰ ਸਕੂਲ ਵਿੱਚ ਕਿਸੇ ਪ੍ਰਤੀਯੋਗਿਤਾ ਮਗਰੋਂ ਇਨਾਮ ਵੰਡ ਸਮਾਰੋਹ ਰੱਖਿਆ ਗਿਆ ਤੇ ਮਾਸਟਰ ਸਾਹਿਬ ਬਤੌਰ ਪ੍ਰਿੰਸੀਪਲ ਸਟਾਫ ਅਤੇ ਬੱਚਿਆਂ ਨੂੰ ਸੰਬੋਧਿਤ ਹੋਏ ਤੇ ਕਿਹਾ ਕਿ ਸਾਡੇ ਜ਼ਮਾਨੇ ਵਿੱਚ ਬੱਚੇ ਲੁਕ-ਲੁਕ ਕੇ ਪੜ੍ਹਾਈਆਂ ਕਰਦੇ ਸਨ। ਹਰ ਬੱਚਾ ਅੱਗੇ ਵਧਣ ਲਈ ਇੱਕ ਦੂਜੇ ਤੋਂ ਚੋਰੀ ਖੂਬ ਪੜ੍ਹਾਈ ਕਰਦਾ ਸੀ। ਕੋਈ ਤੂੜੀ ਵਾਲੇ ਕੁੱਪ ਪਿੱਛੇ ਲੁਕ ਕੇ ਤੇ ਕੋਈ ਰਾਤ ਨੂੰ ਦੀਵਾ ਜਾਂ ਲਾਲਟੈਨ ਬਾਲ ਕੇ। ਹੁਣ ਤਾਂ ਸਾਰੀਆਂ ਸੁੱਖ ਸਹੂਲਤਾਂ ਹੁੰਦਿਆਂ ਹੋਇਆਂ ਵੀ ਬੱਚੇ ਪਹਿਲਾਂ ਵਰਗੀ ਦਿਲਚਸਪੀ ਨਹੀਂ ਲੈਂਦੇ। ਹੁਣ ਬੱਚਿਆਂ ਵਿੱਚ ਉਹੋ ਜਿਹਾ ਚਾਅ ਹੀ ਨਹੀਂ ਰਿਹਾ। ਉਹ ਜਦੋਂ ਵੀ ਸਾਡੇ ਘਰ ਆਉਂਦੇ ਤਾਂ ਮਹਿਮਾਨ ਘੱਟ ਅਤੇ ਘਰ ਦੇ ਜੀਅ ਵਧੇਰੇ ਲੱਗਦੇ। ਕਦੇ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਤਾਂ ਬੇਝਿਜਕ ਕਹਿ ਦਿੰਦੇ। ਸਾਡੇ ਘਰ ਦੀ ਹਰ ਸਬਜ਼ੀ ਉਹਨਾਂ ਨੂੰ ਪਸੰਦ ਸੀ ਤੇ ਉਹ ਜੰਮ ਕੇ ਇਸ ਦੀ ਸਿਫਤ ਵੀ ਕਰਦੇ। ਇੱਕ ਸ਼ਬਦ ਮਾਸ਼ਾ ਅੱਲਾ ਉਹਨਾਂ ਦੇ ਮੂੰਹੋਂ ਖੂਬ ਫੱਬਦਾ ਸੀ। ਉਹ ਜਦੋਂ ਕਿਸੇ ਨੇਮਤ ਦੇ ਨਵਾਜ਼ੇ ਬੰਦੇ ਦੀ ਤਾਰੀਫ ਕਰਦੇ ਤਾਂ ਹੱਸਦੇ ਹੋਏ ਉੱਚੀ ਆਵਾਜ਼ ਵਿੱਚ ਮਾਸ਼ਾ ਅੱਲਾ ਬੋਲਦੇ। ਅੱਗੋਂ ਸੁਣਨ ਵਾਲਾ ਵੀ ਖਿੜ ਜਾਂਦਾ। ਉਹਨਾਂ ਨੂੰ ਜ਼ਿੰਮੇਵਾਰੀ ਦੇ ਭਾਰ ਹੇਠ ਦੱਬ ਕੇ ਕੋਈ ਕੰਮ ਕਰਨਾ ਪ੍ਰਵਾਨ ਨਹੀਂ ਸੀ। ਉਹ ਜ਼ਿੰਮੇਵਾਰੀ ਵਾਲਾ ਕੋਈ ਵੀ ਕੰਮ ਆਪਣੇ ਹੀ ਸਟਾਈਲ ਨਾਲ ਕਰਨਾ ਪਸੰਦ ਕਰਦੇ ਸਨ। ਉਹ ਵੱਜ ਕੇ ਰਹਿਣ ਦੀ ਬਜਾਏ ਆਜ਼ਾਦ ਹੋ ਕੇ ਆਪਣੇ ਕੰਮ ਕਰਨਾ ਪਸੰਦ ਕਰਦੇ ਸਨ। ਉਹ ਕੇਵਲ ਸਾਈਕਲ ਚਲਾਉਂਦੇ ਸਨ। ਸਕੂਟਰ ਜਾਂ ਮੋਟਰਸਾਈਕਲ ਚਲਾਉਣਾ ਨਹੀਂ ਜਾਣਦੇ ਸਨ। ਉਹ ਬੜੇ ਹਾਜ਼ਰ ਜਵਾਬ ਸਨ ਤੇ ਮਿਹਨਤੀ ਵੀ ਬਹੁਤ ਸਨ। ਸਰੀਰ ਉਹਨਾਂ ਦਾ ਪੂਰਾ ਫਿੱਟ ਸੀ। ਇੱਕ ਵਾਰ ਸਕੂਲ ਵਿੱਚ ਈਦ ਮਿਲਨ ਦਾ ਸਮਾਗਮ ਰੱਖਿਆ ਗਿਆ ਸੀ ਅਤੇ ਸਾਰੇ ਤਿਆਰੀ ਵਿੱਚ ਇੱਕ ਦਿਨ ਪਹਿਲਾਂ ਤੋਂ ਹੀ ਮਸਰੂਫ ਸਨ। ਜਦੋਂ ਮੰਡੀਓਂ ਸਬਜ਼ੀ ਦਾ ਆਟੋ ਭਰ ਕੇ ਆਇਆ
ਉਹਨਾਂ ਇਕੱਲਿਆਂ ਹੀ ਆਲੂਆਂ ਵਾਲਾ ਬੋਰਾ ਆਪਣੇ ਸਿਰ ਤੇ ਰਖਾ ਲਿਆ ਅਤੇ ਸਕੂਲ ਦੀਆਂ ਪੌੜੀਆਂ ਚੜ੍ਹਦੇ ਹੋਏ ਵਰਾਂਡੇ ਤੱਕ ਲੈ ਗਏ। ਅਸੀਂ ਸਾਰੇ ਦੇਖਦੇ ਹੀ ਰਹਿ ਗਏ। ਮੈਂ ਉਹਨਾਂ ਕੋਲ ਸਕੂਲ ਵਿੱਚ ਮਸਾਂ 3-4 ਸਾਲ ਹੀ ਪੜ੍ਹਿਆ। ਉਸ ਉਮਰੇ ਉਹਨਾਂ ਦੀਆਂ ਗੱਲਾਂ ਸਾਨੂੰ ਮਖੌਲ ਜਿਹੀਆਂ ਲੱਗਦੀਆਂ ਸਨ, ਪਰ ਹੌਲੀ-ਹੌਲੀ ਸਮਾਂ ਗੁਜ਼ਰਨ ਤੇ ਇਹਨਾਂ ਗੱਲਾਂ ਦੇ ਅਰਥ ਆਪਣੇ ਆਪ ਸਮਝ ਆਉਂਦੇ ਗਏ। ਅਖੇ ਔਲੇ ਦਾ ਖਾਦਾ ਤੇ ਸਿਆਣੇ ਦਾ ਕਿਹਾ ਬਾਅਦ ਵਿੱਚ ਪਤਾ ਚੱਲਦਾ ਹੈ। ਦੋਸਤੀ ਤੇ ਰਿਸ਼ਤੇਦਾਰੀ ਨਿਭਾਉਣਾ ਉਹ ਖੂਬ ਜਾਣਦੇ ਸਨ। ਉਹ ਰਵਾਇਤਾਂ ਦਾ ਵੀ ਬੜਾ ਪਾਸ ਤੇ ਲਿਹਾਜ਼ ਰੱਖਦੇ ਸਨ। ਜਦੋਂ ਫੋਨ ਦੀ ਵਰਤੋਂ ਆਮ ਨਹੀਂ ਸੀ ਅਤੇ ਮੋਬਾਈਲ ਫੋਨ ਵੀ ਨਹੀਂ ਹੁੰਦੇ ਸਨ, ਉਹ ਅਕਸਰ ਮੇਰੇ ਵਾਲਿਦ ਸਾਹਿਬ ਨੂੰ ਰੁੱਕਾ ਲਿਖ ਕੇ ਆਪਣਾ ਪੈਗਾਮ ਭੇਜਦੇ ਹੁੰਦੇ ਸਨ। ਕਾਪੀ ਦੇ ਵਰਕੇ ਤੇ ਲਿਖਿਆ ਉਹਨਾਂ ਦਾ ਇਹ ਸੁਨੇਹਾ ਬੜਾ ਸਰਲ ਤੇ ਸੰਖੇਪ ਹੁੰਦਾ ਸੀ। ਦੀਨੀ ਤੌਰ ਤੇ ਆਪਣੇ ਵੀਰਾਨ ਇਲਾਕੇ ਵਿੱਚ ਉਹਨਾਂ ਬੜੀ ਘਾਲਣਾ ਘਾਲ ਕੇ ਕਈ ਮਸਜਿਦਾਂ ਆਬਾਦ ਤੇ ਉਹਨਾਂ ਦੀ ਉਸਾਰੀ ਵਿੱਚ ਆਪਣਾ ਯੋਗਦਾਨ ਪਾਇਆ। ਉਹਨਾਂ ਨੂੰ ਮਸਜਿਦਾਂ ਉਸਾਰਨ ਅਤੇ ਆਬਾਦ ਕਰਾਉਣ ਦਾ ਬੜਾ ਚਾਅ ਸੀ। ਉਹ ਕਿਸੇ ਵੀਰਾਨ ਮਸਜਿਦ ਨੂੰ ਦੇਖ ਲੈਂਦੇ ਤਾਂ ਟਿਕ ਕੇ ਨਹੀਂ ਬੈਠਦੇ, ਉਸ ਨੂੰ ਆਬਾਦ ਕਰਾਉਣ ਦੀ ਯੋਜਨਾ ਬਣਾਉਂਦੇ ਰਹਿੰਦੇ। ਰੱਬ ਨੇ ਵੀ ਉਹਨਾਂ ਤੋਂ ਬੜੇ ਵੱਡੇ ਕੰਮ ਲਏ। ਉਹਨਾਂ ਨੇ ਅਣਗਿਣਤ ਮਸਜਿਦਾਂ ਦੀ ਤਾਮੀਰ ਅਤੇ ਆਬਾਦ ਕਰਾਉਣ ਵਿੱਚ ਹਿੱਸਾ ਲਿਆ। ਕਈ ਘਰ ਵਸਾਏ, ਕਈ ਪਰਿਵਾਰਕ ਸਮਝੌਤਿਆਂ ਨੂੰ ਸਿਰੇ ਚਾੜਿਆ, ਸਕੂਲ ਦੀ ਤਰੱਕੀ ਵਿੱਚ ਯੋਗਦਾਨ ਪਾਇਆ। ਸਕੂਲ ਲਈ ਤਾਂ ਉਹ ਅਣਥੱਕ ਕੋਸ਼ਿਸ਼ਾਂ ਕਰਦੇ ਰਹੇ। ਕਈ ਅਫਸਰਾਂ, ਅਧਿਕਾਰੀਆਂ ਅਤੇ ਦਾਨੀ ਸੱਜਣਾਂ ਤੱਕ ਪਹੁੰਚ ਕੀਤੀ। ਸਕੂਲ ਨੂੰ ਆਰਥਿਕ ਤੰਗੀ ਤੋਂ ਬਾਹਰ ਲਿਆਉਂਦੇ ਰਹੇ। ਉਹ ਕੌਮ ਅਤੇ ਸਮਾਜ ਸੇਵਾ ਲਈ ਸਦਾ ਤਤਪਰ ਰਹੇ। ਰੱਬ ਉਹਨਾਂ ਦੀ ਰੂਹ ਨੂੰ ਰਾਜ਼ੀ ਰੱਖੇ ਤੇ ਜੰਨਤ ਵਿੱਚ ਦਾਖਲ ਕਰੇ, ਆਮੀਨ। ਸ਼ੇਖ ਸਾਦੀ ਦਾ ਇਹ ਕਥਨ ਕਿ ਕਿਸੇ ਨੂੰ ਚੰਗੇ ਕੰਮਾਂ ਦੁਆਰਾ ਦਿਲੀ ਖੁਸ਼ੀ ਦੇਣਾ 1000 ਸਜਦੇ ਕਰਨ ਤੋਂ ਬਿਹਤਰ ਹੈ, ਉਹਨਾਂ ਤੇ ਫਿੱਟ ਬੈਠਦਾ ਹੈ। ਉਹ ਨਿੱਕੀ ਮੋਟੀ ਬਿਮਾਰੀ ਨੂੰ ਤਾਂ ਕੁਝ ਸਮਝਦੇ ਹੀ ਨਹੀਂ ਸਨ। ਆਪਣੀ ਖੁਰਾਕ ਤੇ ਪੂਰਾ ਧਿਆਨ ਦਿੰਦੇ ਸਨ, ਪਰ ਜ਼ਿੰਦਗੀ ਦੇ ਅੰਤਲੇ ਵਰਿਆਂ ਵਿੱਚ ਸ਼ੂਗਰ ਦੀ ਬਿਮਾਰੀ ਨੇ ਉਹਨਾਂ ਨੂੰ ਕਮਜ਼ੋਰ ਕਰ ਦਿੱਤਾ ਸੀ। ਘਰ ਤੋਂ ਬਾਹਰ ਪਰਹੇਜ਼ ਕਰਨਾ ਉਹਨਾਂ ਲਈ ਔਖਾ ਹੋ ਜਾਂਦਾ ਸੀ। ਜਿੱਥੇ ਕਿਤੇ ਵੀ ਜਾਂਦੇ ਲੋਕ ਉਹਨਾਂ ਦੀ ਪੂਰੀ ਆਓ ਭਗਤ ਕਰਦੇ ਸਨ। ਸ਼ਾਇਦ ਇਸੇ ਕਰਕੇ ਬਿਮਾਰੀ ਆਪਣਾ ਅਸਰ ਤੇਜ਼ੀ ਨਾਲ ਦਿਖਾਉਣ ਲੱਗੀ। ਆਖਰੀ ਉਮਰੇ ਹੱਡੀਆਂ ਦੀ ਮੁੱਠ ਬਣੇ ਕਮਜ਼ੋਰ ਸਰੀਰ ਨਾਲ ਬਿਮਾਰੀ ਨਾਲ ਜੂਝਦੇ ਰਹੇ ਅਤੇ ਜ਼ਿੰਦਗੀ ਦੀਆਂ 63 ਬਹਾਰਾਂ ਵੇਖ ਕੇ 21 ਜੁਲਾਈ 2018 ਈਸਵੀ ਨੂੰ ਸਾਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ। ਉਹਨਾਂ ਤੋਂ ਗਿਆਨ ਹਾਸਲ ਕਰਕੇ ਤੇ ਉਹਨਾਂ ਲਈ ਦੁਆ ਕਰਕੇ ਮੈਨੂੰ ਲੱਗਦਾ ਹੈ ਕਿ ਜਿਵੇਂ ਮੈਂ ਉਹਨਾਂ ਤੋਂ ਲਏ ਗਿਆਨ ਰੂਪੀ ਕਰਜ਼ੇ ਦੀ ਕੋਈ ਕਿਸ਼ਤ ਉਤਾਰੀ ਹੋਵੇ। ਕਦੇ-ਕਦੇ ਮੈਨੂੰ ਮਹਿਸੂਸ ਹੁੰਦਾ ਏ ਉਹ ਕਿਤੇ ਨਹੀਂ ਗਏ, ਉਹ ਇੱਥੇ ਹੀ ਕਿਤੇ ਨੇ। ਉਹ ਫਿਰ ਸਾਡੇ ਵਿਚਕਾਰ ਬੈਠ ਕੇ ਆਪਣੀਆਂ ਗੱਲਾਂ ਦੀ ਚਾਸ਼ਨੀ ਸਾਡੇ ਕੰਨਾਂ ਵਿੱਚ ਘੋਲਣਗੇ। ਉਹ ਫਿਰ ਕੋਈ ਪੁਰਾਣੀ ਆਪ ਬੀਤੀ ਘਟਨਾ ਸੁਣਾਉਣਗੇ। ਉਹਨਾਂ ਦਾ ਪੂਰਾ ਵਜੂਦ ਮੇਰੀ ਸੋਚ ਵਿੱਚ ਘੁੰਮ ਜਾਂਦਾ ਹੈ। ਪਰ ਸੱਚ ਇਹ ਹੈ ਕਿ ਉਹਨਾਂ ਨੇ ਹੁਣ ਕਦੇ ਨਹੀਂ ਮੁੜਨਾ। ਉਹ ਤਾਂ ਰੱਬ ਨੂੰ ਜਾ ਮਿਲੇ ਨੇ। ਉਹ ਤਾਂ ਹੁਣ ਬਸ ਸਾਡੇ ਦਿਲਾਂ, ਸਾਡੀਆਂ ਸੋਚਾਂ ਵਿੱਚ ਹੀ ਜਿਉਂਦੇ ਨੇ। ਮਾਸਟਰ ਸਾਹਿਬ ਅਹਿਸਾਸ ਬਣ ਕੇ ਸਾਡੇ ਦਿਲਾਂ ਵਿੱਚ ਵਸਦੇ ਨੇ। ਉਹ ਸਦਾ ਯਾਦ ਆਉਂਦੇ ਰਹਿਣਗੇ, ਆਪਣੇ ਕੰਮਾਂ ਤੋਂ ਤੇ ਆਪਣੇ ਲਾਏ ਬੂਟਿਆਂ ਤੋਂ, ਜੋ ਅੱਜ ਛਾਂਦਾਰ ਰੁੱਖ ਬਣ ਗਏ ਹਨ।